ਅਕਾਲ ਪਿਆਰੇ ਬੱਚਿਓ। ਮੈਂ ਗੁਰਿੰਦਰਪਾਲ ਸਿੰਘ, ਵੋਕੇਸ਼ਨਲ ਟ੍ਰੇਨਰ, ਟੂਰਿਜ਼ਮ ਐਂਡ ਹੌਸਪੀਟੈਲਿਟੀ, ਗਵਰਨਮੈਂਟ ਸੀਨੀਅਰ ਸੈਕੰਡਰੀ ਸਕੂਲ ਜਸਮਾਰਾ, ਡਿਸਟ੍ਰਿਕਟ ਪਟਿਆਲਾ। ਅੱਜ ਅਸੀਂ ਜਿਸ ਟੌਪਿਕ ਬਾਰੇ ਗੱਲ ਕਰਨ ਜਾ ਰਹੇ ਹਾਂ ਉਹ ਹੈ ਯੂਨਿਟ 2 ਲੈਵਲ 3 ਅਤੇ ਚੈਪਟਰ ਦਾ ਨਾਮ ਹੈ ਟੂਰਿਜ਼ਮ ਫਿਜ਼ੀਕਲ ਰਿਸੋਰਸਿਸ। ਹਾਂਜੀ, ਅੱਜ ਦੀ ਇਸ ਵੀਡੀਓ ਵਿੱਚ ਅਸੀਂ ਕੀ ਕਵਰ ਕਰਾਂਗੇ। ਹਿਲ ਸਟੇਸ਼ਨਸ ਇਨ ਇੰਡੀਆ, ਪਹਾੜੀ ਸਟੇਸ਼ਨ ਭਾਰਤ ਵਿੱਚ ਕਿਹੜੇ ਹਨ, ਉਹਨਾਂ ਦੀ ਕੀ ਇੰਪੋਰਟੈਂਸ ਹੈ। ਉਸ ਤੋਂ ਬਾਅਦ ਅਸੀਂ ਡੈਜ਼ਰਟਸ ਇਨ ਇੰਡੀਆ, ਵੈਟਲੈਂਡਸ, ਰਾਮਸਰ ਸਾਈਟਸ ਕੀ ਹੁੰਦੀਆਂ ਹਨ, ਪਲੇਨਸ ਕੀ ਹਨ, ਪਲੈਟਿਊਸ ਕੀ ਹੁੰਦੀਆਂ ਹਨ, ਇਹਨਾਂ ਸਾਰਿਆਂ ਬਾਰੇ ਅੱਜ ਅਸੀਂ ਚਰਚਾ ਕਰਾਂਗੇ। ਹਾਂਜੀ, ਸਭ ਤੋਂ ਪਹਿਲਾਂ ਅਸੀਂ ਜਾਣਦੇ ਹਾਂ ਕਿ ਟੂਰਿਜ਼ਮ ਰਿਸੋਰਸਿਸ ਕੀ ਹੁੰਦੇ ਹਨ। ਲੋਕ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਵਿਲੱਖਣ ਸਰੋਤਾਂ ਦੀ ਕਦਰ ਕਰਨ ਅਤੇ ਅਨੁਭਵ ਕਰਨ ਲਈ ਯਾਤਰਾ ਕਰਦੇ ਹਨ। ਸੈਰ ਸਪਾਟਾ ਇਹਨਾਂ ਸਰੋਤਾਂ ਦੀ ਆਕਰਸ਼ਕ ਸ਼ਕਤੀ 'ਤੇ ਨਿਰਭਰ ਕਰਦਾ ਹੈ। ਸੈਰ ਸਪਾਟਾ ਉਦਯੋਗ ਵਿੱਚ ਵਰਤੇ ਜਾਂਦੇ ਸਰੋਤਾਂ ਨੂੰ ਸੈਰ ਸਪਾਟਾ ਸਰੋਤ ਕਿਹਾ ਜਾਂਦਾ ਹੈ। ਹਾਂਜੀ, ਸੈਰ ਸਪਾਟਾ ਉਤਪਾਦ ਦਾ ਸਭ ਤੋਂ ਜ਼ਰੂਰੀ ਤੱਤ ਬਣਦੇ ਹਨ। ਸੈਰ ਸਪਾਟਾ ਸਰੋਤ ਸੈਰ ਸਪਾਟਾ ਸਥਾਨ 'ਤੇ ਮੌਜੂਦ ਹੁੰਦੇ ਹਨ। ਅਸੀਂ ਸੈਰ ਸਪਾਟੇ ਸਥਾਨ ਉੱਤੇ ਰਹਿ ਕੇ ਹੀ ਸੈਰ ਸਪਾਟਾ ਸਰੋਤਾਂ ਦਾ ਆਨੰਦ ਮਾਣ ਸਕਦੇ ਹਾਂ ਅਤੇ ਅਸੀਂ ਇਹਨਾਂ ਨੂੰ ਇੱਕ ਯਾਦਾਂ ਦੇ ਰੂਪ ਵਿੱਚ ਕਾਇਮ ਕਰਕੇ ਰੱਖ ਸਕਦੇ ਹਾਂ। ਇਹ ਸੈਰ ਸਪਾਟਾ ਸਰੋਤ ਹੀ ਹੁੰਦੇ ਹਨ ਜੋ ਇੱਕ ਸੈਰ ਸਪਾਟਾ ਸਥਾਨ ਨੂੰ ਦੂਸਰੇ ਸਥਾਨ ਤੋਂ ਵਿਲੱਖਣਤਾ ਪ੍ਰਦਾਨ ਕਰਦੇ ਹਨ ਅਤੇ ਅਨੇਕਾਂ ਪ੍ਰਕਾਰ ਦੀਆਂ ਯਾਦਾਂ ਸਾਨੂੰ ਸਮੇਟ ਕੇ ਦਿੰਦੇ ਹਨ। ਹਾਂਜੀ, ਇਸ ਤੋਂ ਬਾਅਦ ਅਸੀਂ ਟੂਰਿਸਟ ਰਿਸੋਰਸਿਸ ਬਾਰੇ ਗੱਲ ਕਰਾਂਗੇ। ਇਹ ਦੋ ਤਰ੍ਹਾਂ ਦੇ ਹੁੰਦੇ ਹਨ, ਨੈਚੁਰਲ ਐਂਡ ਕਲਚਰ ਰਿਸੋਰਸਿਸ। ਨੈਚੁਰਲ ਰਿਸੋਰਸਿਸ ਉਹ ਹੁੰਦੇ ਹਨ ਜੋ ਆਪਣੇ ਕੁਦਰਤੀ ਰੂਪ ਦੇ ਵਿੱਚ ਕਾਇਮ ਰਹਿੰਦੇ ਹਨ, ਜਿਸ ਵਿੱਚ ਇਨਸਾਨ ਦਾ ਕੋਈ ਦਖਲ ਨਹੀਂ ਹੁੰਦਾ। ਉਹ ਆਪਣੇ ਕੁਦਰਤੀ ਰੂਪ ਦੇ ਵਿੱਚ ਬਰਕਰਾਰ ਰਹਿੰਦੇ ਹਨ। ਇਸ ਵਿੱਚ ਅਸੀਂ ਕਲਾਈਮੇਟ ਨੂੰ ਕਹਿ ਸਕਦੇ ਹਾਂ, ਸੀਨਿਕ ਬਿਊਟੀ, ਜਿਸ ਤਰ੍ਹਾਂ ਲੈਂਡਫੋਰਸ ਹੋ ਗਏ, ਬੀਚਿਸ, ਝਰਨੇ ਹੋ ਗਏ, ਫਲੋਰਾ ਫਾਉਨਾ ਜੋ ਅਸੀਂ ਪਿੱਛੇ ਵੀ ਟੌਪਿਕ ਵਿੱਚ ਕਵਰ ਕੀਤਾ ਸੀਗਾ, ਬਨਸਪਤੀ ਅਤੇ ਜੀਵ ਜੰਤੂ ਜਿਸ ਨੂੰ ਕਿਹਾ ਜਾਂਦਾ ਹੈ, ਸਪੈਸ਼ਲ ਇਨਵਾਇਰਮੈਂਟਲ ਫੀਚਰਸ, ਪਾਰਕਸ, ਕੰਜ਼ਰਵੇਸ਼ਨ ਏਰੀਆਜ਼, ਨੈਸ਼ਨਲ ਪਾਰਕਸ, ਵਾਈਲਡ ਲਾਈਫ ਸੈਂਚੁਰੀਜ਼। ਉਸ ਤੋਂ ਬਾਅਦ ਕਲਚਰ ਰਿਸੋਰਸਿਸ ਆ ਜਾਂਦੇ ਹਨ, ਆਰਕੀਓਲੋਜੀਕਲ, ਹਿਸਟੋਰੀਕਲ, ਕਲਚਰਲ ਸਾਈਟਸ, ਮਿਊਜ਼ੀਅਮ ਵਗੈਰਾ ਆ ਜਾਂਦੇ ਹਨ, ਆਰਟ ਗੈਲਰੀਜ਼ ਆ ਜਾਂਦੇ ਹਨ, ਕਸਟਮਸ ਐਂਡ ਟਰਡੀਸ਼ਨਸ, ਇੰਟਰਸਟਿੰਗ ਇਕੋਨੋਮਿਕ ਐਕਟੀਵਿਟੀਜ਼। ਇਹ ਉਹ ਰਿਸੋਰਸਿਸ ਹੁੰਦੇ ਹਨ ਜੋ ਹਰ ਇੱਕ ਸੈਲਾਨੀ ਨੂੰ ਆਪਣੇ ਵੱਲ ਆਕਰਸ਼ਿਤ ਕਰਦੇ ਹਨ। ਇਹ ਦੋ ਉਹ ਉਤਪਾਦ ਹਨ ਜਿਸ ਨੂੰ ਧਿਆਨ ਦੇ ਵਿੱਚ ਰੱਖ ਕੇ ਹੀ ਕੋਈ ਵੀ ਸੈਲਾਨੀ ਆਪਣੀ ਪਲੈਨਿੰਗ ਬਣਾਉਂਦਾ ਹੈ, ਆਪਣੇ ਇੱਛਾ ਅਨੁਸਾਰ ਇਹਨਾਂ ਰਿਸੋਰਸਿਸ ਵਾਲੇ ਸੈਰ ਸਪਾਟਾ ਸਥਾਨਾਂ ਉੱਤੇ ਟੂਰ ਬਣਾਏ ਜਾਂਦੇ ਹਨ। ਇਹ ਰਿਸੋਰਸਿਸ ਉਤਪਾਦ ਹਰ ਇੱਕ ਡੈਸਟੀਨੇਸ਼ਨ ਇੱਕ ਦੂਸਰੀ ਟੂਰਿਸਟ ਡੈਸਟੀਨੇਸ਼ਨ ਤੋਂ ਵੱਖਰਾ ਬਣਾਉਂਦੇ ਹਨ ਅਤੇ ਸੈਲਾਨੀਆਂ ਨੂੰ ਇੱਕ ਮਨਮੋਹਕ ਯਾਦਾਂ ਪ੍ਰਦਾਨ ਕਰਦੇ ਹਨ। ਇਹੀ ਉਹ ਸਰੋਤ ਹਨ ਜਿਨ੍ਹਾਂ ਦਾ ਆਨੰਦ ਸੈਲਾਨੀ ਹਰ ਇੱਕ ਦੂਸਰੇ ਸਥਾਨ 'ਤੇ ਜਾ ਕੇ ਮਾਣਦਾ ਹੈ। ਹਾਂਜੀ, ਮੋਸਟ ਬਿਊਟੀਫੁਲ ਹਿਲ ਸਟੇਸ਼ਨਸ ਆਫ ਇੰਡੀਆ। ਜਿਸ ਤਰ੍ਹਾਂ ਅਸੀਂ ਜਾਣਦੇ ਹਾਂ ਕਿ ਭਾਰਤ ਦੇ ਵਿੱਚ ਬਹੁਤ ਹਿਲ ਸਟੇਸ਼ਨਸ ਹਨ। ਹਰ ਇੱਕ ਸੈਲਾਨੀ ਦੇ ਮਨ ਦੇ ਵਿੱਚ ਇੱਕ ਖੁਆਬ ਹੁੰਦਾ ਹੈ, ਜਿਸ ਤਰ੍ਹਾਂ ਜੋ ਪਲੇਨ ਏਰੀਏ 'ਚ ਰਹਿੰਦੇ ਹਨ ਜ਼ਿਆਦਾਤਰ, ਜਾਂ ਜੋ ਡੈਜ਼ਰਟ ਏਰੀਏ 'ਚ ਰਹਿੰਦੇ ਹਨ, ਕਿ ਅਸੀਂ ਹਿਲ ਸਟੇਸ਼ਨ ਦੇ ਉੱਤੇ ਜਾਣਾ ਹੈ। ਅਸੀਂ ਸਾਰੇ ਵੀ ਛੁੱਟੀਆਂ ਦੇ ਵਿੱਚ ਪਿਕਨਿਕ ਦਾ ਪ੍ਰੋਗਰਾਮ ਬਣਾਉਂਦੇ ਹਾਂ, ਫੈਮਲੀਜ਼ ਦੇ ਨਾਲ, ਆਪਣੇ ਫਰੈਂਡਸ ਦੇ ਨਾਲ ਇਹਨਾਂ ਪਹਾੜੀ ਸਟੇਸ਼ਨਾਂ 'ਤੇ ਜਾਣ ਦਾ। ਛੁੱਟੀਆਂ ਦੇ ਵਿੱਚ ਜਿੱਦਾਂ ਵੀ ਸਾਨੂੰ ਮੌਕਾ ਮਿਲਦਾ ਹੈ ਅਸੀਂ ਸਾਰੇ ਕਦੇ ਨਾ ਕਦੇ ਟਰਿਪ ਬਣਾਉਂਦੇ ਹਾਂ। ਇਹ ਉਹ ਪਹਾੜੀ ਸਟੇਸ਼ਨ ਹਨ ਜੋ ਸਾਨੂੰ ਇੱਕ ਆਤਮਿਕ ਸ਼ਾਂਤੀ ਦੇ ਨਾਲ ਨਾਲ ਹੋਰ ਬਹੁਤ ਸਾਰੇ ਜੋ ਕੁਦਰਤੀ ਤੱਤ ਹਨ ਉਹਨਾਂ ਨੂੰ ਵੇਖਣ ਦਾ ਇੱਕ ਨਜ਼ਾਰਾ ਪੇਸ਼ ਕਰਦੇ ਹਨ।
ਹਾਂਜੀ, ਸਾਡੇ ਸਾਹਮਣੇ ਦੋ ਅਸੀਂ ਫੋਟੋਆਂ ਵਿੱਚ ਵੇਖ ਰਹੇ ਹਾਂ। ਇੱਕ ਪਾਸੇ ਮਨਾਲੀ ਅਤੇ ਦੂਸਰੀ ਪਿਕਚਰ ਦੇ ਵਿੱਚ ਅਸੀਂ ਸ਼ਿਮਲੇ ਦਾ ਵਿਊ ਦੇਖ ਰਹੇ ਹਾਂ। ਮਨਾਲੀ, ਜਿਸ ਤਰ੍ਹਾਂ ਅਸੀਂ ਜਾਣਦੇ ਹਾਂ ਕਿ ਇਹ ਚੰਡੀਗੜ੍ਹ ਤੋਂ ਲਗਭਗ 300 ਕਿਲੋਮੀਟਰ ਦੀ ਦੂਰੀ 'ਤੇ ਹੈ, ਅਤੇ ਸ਼ਿਮਲਾ ਜੋ ਕਿ ਚੰਡੀਗੜ੍ਹ ਤੋਂ 115-20 ਕਿਲੋਮੀਟਰ ਦੀ ਦੂਰੀ 'ਤੇ ਹੈ। ਇਹ ਦੋਨੇ ਪਹਾੜੀ ਸਟੇਸ਼ਨ ਪੰਜਾਬ, ਹਰਿਆਣਾ, ਰਾਜਸਥਾਨ, ਦਿੱਲੀ ਤੱਕ ਦੇ ਲੋਕਾਂ ਨੂੰ ਆਪਣੇ ਵੱਲ ਆਕਰਸ਼ਿਤ ਕਰਦੇ ਹਨ। ਬਹੁਤ ਦੂਰੋਂ ਦੂਰੋਂ ਲੋਕ, ਡੋਮੈਸਟਿਕ ਅਤੇ ਇੰਟਰਨੈਸ਼ਨਲ ਸੈਲਾਨੀ ਹਰ ਸਾਲ ਇਹਨਾਂ ਪਹਾੜੀ ਸਟੇਸ਼ਨਾਂ ਦਾ ਆਨੰਦ ਮਾਣਦੇ ਹਨ। ਸ਼ਿਮਲੇ ਦੀ ਇੱਕ ਆਪਣੀ ਬਿਊਟੀ ਹੈ ਇਹਨਾਂ ਨੂੰ, ਅਤੇ ਮਨਾਲੀ ਦੀ ਇੱਕ ਆਪਣੀ ਬਿਊਟੀ ਹੈ। ਬਹੁਤ ਤਰ੍ਹਾਂ ਦੀਆਂ ਐਕਟੀਵਿਟੀਜ਼ ਹਨ ਜੋ ਇੱਥੇ ਕੀਤੀਆਂ ਜਾਂਦੀਆਂ ਹਨ। ਹਰ ਸਾਲ ਸੈਲਾਨੀ ਇੱਥੇ ਆ ਕੇ ਇਹਨਾਂ ਐਕਟੀਵਿਟੀਜ਼ ਦਾ ਆਨੰਦ ਮਾਣਦੇ ਹਨ, ਆਪਣੇ ਪਰਿਵਾਰ ਨਾਲ, ਆਪਣੇ ਦੋਸਤਾਂ ਨਾਲ, ਆਪਣੇ ਮਿੱਤਰਾਂ ਦੇ ਨਾਲ। ਮਨਾਲੀ, ਜੋ ਕਿ ਮਨਾਲੀ ਦੇ ਨਾਲ ਹੀ 50 ਕਿਲੋਮੀਟਰ ਤਕਰੀਬਨ ਰੋਹਤਾਂਗ ਪਾਸ ਹੈ, ਜੋ ਕਿ ਪੂਰਾ ਬਰਫ਼ ਦੇ ਨਾਲ ਢਕਿਆ ਹੋਇਆ ਇੱਕ ਰੀਜਨ ਹੈ, ਇੱਕ ਏਰੀਆ ਹੈ, ਜੋ ਕਿ ਗਰਮੀਆਂ ਦੇ ਵਿੱਚ ਖੁੱਲ੍ਹਦਾ ਹੈ ਅਤੇ ਸਰਦੀਆਂ ਦੇ ਵਿੱਚ ਬੰਦ ਰਹਿੰਦਾ ਹੈ। ਜਿਸ ਤਰ੍ਹਾਂ ਅਸੀਂ ਦੂਸਰੀ ਫੋਟੋ ਵਿੱਚ ਸ਼ਿਮਲਾ ਦੇਖ ਰਹੇ ਹਾਂ, ਇਹ ਤਕਰੀਬਨ ਸਾਲ ਦੇ ਥਰੂ ਆਊਟ 24/7 ਅਸੀਂ ਕਹਿ ਸਕਦੇ ਹਾਂ ਕਿ ਇਹ ਸਟੇਸ਼ਨ ਖੁੱਲ੍ਹਾ ਰਹਿੰਦਾ ਹੈ। ਇੱਥੇ ਬਰਫ਼ ਦਾ ਜੋ ਨਜ਼ਾਰਾ ਹੈ ਉਹ ਅਸੀਂ ਦਸੰਬਰ ਦੇ ਲਾਸਟ ਜਾਂ ਜਨਵਰੀ ਵਿੱਚ ਵੇਖ ਸਕਦੇ ਹਾਂ। ਇੱਥੋਂ ਕੁਫਰੀ, ਚਹਿਲ, ਇੱਧਰ ਸ਼ਿਮਲੇ ਸਾਈਡ ਅਤੇ ਇਸ ਤੋਂ ਉੱਪਰ ਵੱਲ ਵੀ ਜੋ ਬਰਫ਼ਬਾਰੀ ਹੈ ਉਹ ਦਸੰਬਰ ਅਤੇ ਜਨਵਰੀ ਵਿੱਚ ਸ਼ੁਰੂ ਹੋ ਜਾਂਦੀ ਹੈ, ਅਤੇ ਸੈਲਾਨੀ ਉੱਥੇ ਜਾ ਕੇ ਆਪਣੇ ਸਾਥੀਆਂ ਦੇ ਨਾਲ ਇਹ ਸਭ ਐਕਟੀਵਿਟੀਜ਼ ਦਾ ਲੁਤਫ ਇੱਕ ਆਨੰਦ ਮਾਣਦੇ ਹਨ। ਹਾਂਜੀ, ਇਸ ਤੋਂ ਬਾਅਦ ਅਸੀਂ ਕੁਝ ਗਤੀਵਿਧੀਆਂ ਦਾ ਗੱਲ ਕਰਾਂਗੇ ਕਿ ਕਿਹੜੀਆਂ ਗਤੀਵਿਧੀਆਂ ਹਨ ਜੋ ਪਹਾੜੀ ਸਟੇਸ਼ਨ 'ਤੇ ਕੀਤੀਆਂ ਜਾ ਸਕਦੀਆਂ ਹਨ। ਇਸ ਵਿੱਚ ਟਰੈਕਿੰਗ ਆ ਜਾਂਦੀ ਹੈ। ਟਰੈਕਿੰਗ ਇੱਕ ਗਤੀਵਿਧੀ ਹੈ। ਟਰੈਕਿੰਗ ਸਭ ਤੋਂ ਬੈਸਟ ਪਲੇਸ ਜਿੱਥੇ ਕਰਨ ਦੀ ਹੈ ਉਹ ਹਨ ਪਹਾੜੀ ਸਟੇਸ਼ਨ। ਪਹਾੜੀ ਸਟੇਸ਼ਨਾਂ ਦੇ ਉੱਤੇ ਹੀ ਟਰੈਕਿੰਗ ਕੀਤੀ ਜਾਂਦੀ ਹੈ। ਇਸ ਵਿੱਚ ਗਰੁੱਪਸ ਦੇ ਵਿੱਚ ਅਤੇ ਇੰਡੀਵਿਜੂਅਲੀ ਲੋਕ ਇੱਕ ਵਾਕ ਲਈ ਜਾਂਦੇ ਹਨ। ਇੱਕ ਕੁਦਰਤੀ ਜੋ ਵਾਤਾਵਰਨ ਹੈ ਉਸ ਨੂੰ ਮਾਣਨ ਦੇ ਲਈ ਟਰੈਕਿੰਗ ਕੀਤੀ ਜਾਂਦੀ ਹੈ, ਅਤੇ ਹਾਈਕਿੰਗ ਵੀ ਇਸ ਦੇ ਨਾਲ ਹੀ ਸੰਬੰਧਿਤ ਹੈ। ਹਾਈਕਿੰਗ ਥੋੜ੍ਹੇ ਘੱਟ ਏਰੀਏ ਲਈ ਕੀਤੀ ਜਾਂਦੀ ਹੈ, ਇੱਕ ਲਿਮਿਟਡ ਸਮੇਂ ਲਈ ਕੀਤੀ ਜਾਂਦੀ ਹੈ, ਜਦ ਕਿ ਟਰੈਕਿੰਗ ਥੋੜ੍ਹੇ ਲੰਬੇ ਸਮੇਂ ਲਈ ਕੀਤੀ ਜਾਂਦੀ ਹੈ। ਉਸ ਤੋਂ ਰੀਲ ਫੈਨਿੰਗ ਬੱਚਿਆਂ ਨੂੰ ਸਭ ਨੂੰ ਪਸੰਦ ਹੁੰਦਾ ਹੈ ਕਿ ਜੋ ਟ੍ਰੇਨਸ ਉੱਥੋਂ ਦੀ ਗੁਜ਼ਰਦੀਆਂ ਹਨ। ਜਿਸ ਤਰ੍ਹਾਂ ਅਸੀਂ ਸ਼ਿਮਲੇ ਦੀ ਗੱਲ ਕਰੀਏ ਤਾਂ ਸ਼ਿਮਲੇ ਦੇ ਵਿੱਚ ਟੋਏ ਟ੍ਰੇਨ ਜਾਂਦੀ ਹੈ ਜੋ ਕਾਲਕਾ ਤੋਂ ਸ਼ਿਮਲੇ ਜਾਂਦੀ ਹੈ। ਇਸ ਨੂੰ ਵੇਖਣ ਦਾ ਬੱਚਿਆਂ ਵਿੱਚ ਕਾਫੀ ਇੱਕ ਇੰਟਰਸਟ ਹੁੰਦਾ ਹੈ, ਬੱਚਿਆਂ ਦੇ ਵਿੱਚ ਹੀ ਹੁੰਦਾ ਹੈ, ਅਤੇ ਜੋ ਵੱਡੇ ਹੁੰਦੇ ਹਨ ਸਭ ਨੂੰ ਇੱਕ ਰੇਲ ਫੈਨਿੰਗ ਦਾ ਉਸਦੀ ਫੋਟੋ ਕਰਨੀ ਇੱਕ ਚੰਗਾ ਇੰਟਰਸਟ ਪੈਦਾ ਕਰਦਾ ਹੈ। ਰੌਕ ਕਲਾਈਮਿੰਗ, ਪਹਾੜਾਂ ਉੱਤੇ ਚੜ੍ਹਨਾ, ਇਹ ਇੱਕ ਐਕਟੀਵਿਟੀ ਹੈ ਜੋ ਇੱਕ ਪ੍ਰੋਪਰ ਦੇਖ ਰੇਖ ਦੇ ਹੇਠ ਕੀਤੀ ਜਾਂਦੀ ਹੈ। ਇੱਕ ਚੰਗੇ ਤਰੀਕੇ ਨਾਲ ਆਪਣੇ ਆਪ ਨੂੰ ਟਾਈ ਅਪ ਕਰਕੇ ਜੋ ਆਪਣੇ ਰੌਕਸ ਹਨ ਉਹਨਾਂ ਉੱਪਰ ਕਲਾਈਮਿੰਗ ਕਰਨ ਦਾ ਇੱਕ ਜੋ ਐਕਟੀਵਿਟੀ ਹੈ ਉਹ ਕੀਤੀ ਜਾਂਦੀ ਹੈ। ਬੰਜੀ ਜੰਪਿੰਗ ਅਤੇ ਹੋਰ। ਹਾਂਜੀ, ਇਹ ਕੁਝ ਪਹਾੜੀ ਸਟੇਸ਼ਨ ਹਨ ਜੋ ਅਸੀਂ ਇਸ ਮੈਪ ਦੇ ਵਿੱਚ ਵੇਖ ਰਹੇ ਹਾਂ। ਜਿਸ ਤਰ੍ਹਾਂ ਸਭ ਤੋਂ ਜ਼ਿਆਦਾ ਅਗਰ ਅਸੀਂ ਗੱਲ ਕਰੀਏ ਤਾਂ ਨਾਰਥ ਇੰਡੀਆ ਦੇ ਵਿੱਚ ਸਭ ਤੋਂ ਜ਼ਿਆਦਾ ਪਹਾੜੀ ਸਟੇਸ਼ਨ ਹਨ, ਜਿੱਥੇ ਹਰ ਸਾਲ ਸੈਲਾਨੀ ਹਜ਼ਾਰਾਂ ਲੱਖਾਂ ਦੀ ਤਾਦਾਦ ਵਿੱਚ ਆ ਕੇ ਆਪਣੇ ਮਨ ਨੂੰ ਇੱਕ ਸਕੂਨ ਭਰਿਆ ਆਨੰਦ, ਇੱਕ ਜੋ ਹੈ ਇੰਜੋਇਮੈਂਟ ਦਾ ਜ਼ਰੀਆ ਅਸੀਂ ਕਹਿ ਸਕਦੇ ਹਾਂ, ਅਤੇ ਆਪਣੀ ਡੇਲੀ ਰੂਟੀਨ ਤੋਂ ਬੋਰ ਹੋ ਕੇ ਜੋ ਸਾਨੂੰ ਇੱਕ ਆਪਣੇ ਮਨ ਨੂੰ ਖੁਸ਼ੀ ਦੇਣ ਦਾ ਮੌਕਾ ਮਿਲਦਾ ਹੈ, ਬਿਲਕੁਲ ਉਹ ਅਸੀਂ ਟੂਰਿਜ਼ਮ ਦੇ ਥਰੂ ਹੀ ਲੈਂਦੇ ਹਾਂ। ਕੁਝ ਪਹਾੜੀ ਸਟੇਸ਼ਨਾਂ ਦੇ ਅਸੀਂ ਅਗਰ ਨਾਂ ਇਹਨਾਂ ਵਿੱਚ ਦਿੱਤੇ ਹਨ: ਕੁਫਰੀ, ਸ਼ਿਮਲਾ, ਲੇਹ ਲਦਾਖ, ਅਤੇ ਇੱਧਰ ਰਾਜਸਥਾਨ ਦੇ ਵਿੱਚ ਮਾਊਂਟ ਆਬੂ। ਰਾਜਸਥਾਨ ਦੇ ਵਿੱਚ ਸਿਰਫ ਇੱਕੋ ਹੀ ਡੈਸਟੀਨੇਸ਼ਨ ਹੈ, ਦੈਟ ਇਜ਼ ਮਾਊਂਟ ਆਬੂ। ਅਤੇ ਇਸ ਤੋਂ ਇਲਾਵਾ ਕੁਝ ਈਸਟ ਦੇ ਵਿੱਚ ਹਨ: ਗੈਂਗਟੋਕ, ਦਾਰਜਲਿੰਗ, ਸਿਲੀਗੁੜੀ ਅਤੇ ਹੋਰ।
ਹਾਂਜੀ, ਹਾਈਕਿੰਗ ਅਤੇ ਟਰੈਕਿੰਗ ਜਿਸ ਤਰ੍ਹਾਂ ਅਸੀਂ ਪਹਿਲਾਂ ਵੀ ਡਿਸਕਸ ਕਰ ਚੁੱਕੇ ਹਾਂ ਕਿ ਹਾਈਕਿੰਗ ਅਤੇ ਟਰੈਕਿੰਗ ਦੇ ਵਿੱਚ ਕੋਈ ਜ਼ਿਆਦਾ ਅੰਤਰ ਨਹੀਂ ਹੁੰਦਾ। ਹਾਈਕਿੰਗ ਇੱਕ ਲਿਮਿਟਡ ਏਰੀਆ ਲਈ ਹੁੰਦੀ ਹੈ, ਇਸ ਦੇ ਲਈ ਜ਼ਿਆਦਾ ਸਾਨੂੰ ਤਿਆਰੀ ਦੀ ਲੋੜ ਨਹੀਂ ਹੁੰਦੀ, ਜਦ ਕਿ ਟਰੈਕਿੰਗ ਥੋੜ੍ਹੇ ਲੰਮੇ ਸਮੇਂ ਲਈ ਕੀਤੀ ਜਾਂਦੀ ਹੈ, ਗਰੁੱਪਸ ਦੇ ਵਿੱਚ ਕੀਤੀ ਜਾਂਦੀ ਹੈ, ਪਹਾੜਾਂ ਦੇ ਵਿੱਚ, ਬਰਫਾਂ ਦੇ ਵਿੱਚ, ਬਰਫ ਵਾਲੇ ਢਕੇ ਹੋਏ ਪਹਾੜਾਂ ਵਿੱਚ ਵੀ ਕੀਤੀ ਜਾਂਦੀ ਹੈ, ਜਦ ਕਿ ਹਾਈਕਿੰਗ ਇੱਕ ਬਹੁਤ ਲਿਮਿਟਡ ਏਰੀਆ ਦੇ ਵਿੱਚ ਆਪਣੇ ਫਰੈਂਡਸ ਦੇ ਨਾਲ ਕੀਤੀ ਜਾਂਦੀ ਹੈ। ਇਸ ਫੋਟੋ ਦੇ ਵਿੱਚ ਅਸੀਂ ਕਲੀਅਰ ਦੇਖ ਰਹੇ ਹਾਂ ਕਿ ਹਾਈਕਿੰਗ ਦੇ ਲਈ ਕਿਸ ਪ੍ਰਕਾਰ ਦੀ ਤਿਆਰੀ ਦੀ ਲੋੜ ਹੈ ਅਤੇ ਟਰੈਕਿੰਗ ਐਕਟੀਵਿਟੀ ਦੇ ਲਈ ਸਾਨੂੰ ਕਿਸ ਤਰ੍ਹਾਂ ਤਿਆਰ ਹੋ ਕੇ ਇਹ ਐਕਟੀਵਿਟੀ ਅਸੀਂ ਕਰ ਸਕਦੇ ਹਾਂ। ਹਾਂਜੀ, ਇਸ ਤਰ੍ਹਾਂ ਅਸੀਂ ਗੱਲ ਕਰਾਂਗੇ ਡੈਜ਼ਰਟ। ਡੈਜ਼ਰਟ ਅਸੀਂ ਸਾਰੇ ਜਾਣਦੇ ਹਾਂ ਕਿ ਥਾਰ ਮਾਰੂਥਲ ਜੋ ਕਿ ਰਾਜਸਥਾਨ ਦੇ ਵਿੱਚ ਪੈਂਦਾ ਹੈ। ਹਾਂਜੀ, ਥਾਰ ਮਾਰੂਥਲ ਇੱਕ ਬਹੁਤ ਵੱਡਾ ਇੰਡੀਅਨ ਡੈਜ਼ਰਟ ਹੈ ਜੋ ਕਿ ਸਾਡੇ ਨਾਰਥ ਵੈਸਟਰਨ ਪਾਰਟ ਵਿੱਚ ਹੈ। ਇਹ ਤਕਰੀਬਨ 2 ਲੱਖ ਕਿਲੋਮੀਟਰ ਦੇ ਸਕੁਅਰ ਕਿਲੋਮੀਟਰ ਦੇ ਏਰੀਆ ਨੂੰ ਕਵਰ ਕਰਦਾ ਹੈ ਅਤੇ ਇਸ ਦੀ ਜੋ ਬਾਉਂਡਰੀ ਹੈ ਉਹ ਇੰਡੀਆ ਪਾਕਿਸਤਾਨ ਸਰਹੱਦ ਦੇ ਨਾਲ ਲੱਗਦੀ ਹੈ। ਅਗਰ ਅਸੀਂ ਗੱਲ ਕਰੀਏ ਤਾਂ ਇਹ ਵਰਲਡ ਦੇ ਵਿੱਚੋਂ 17ਵੇਂ ਨੰਬਰ ਦੇ ਉੱਤੇ ਆਉਂਦਾ ਹੈ ਆਪਣੇ ਆਕਾਰ ਨੂੰ ਲੈ ਕੇ, ਅਤੇ 85% ਜੋ ਥਾਰ ਡੈਜ਼ਰਟ ਹੈ ਉਹ ਭਾਰਤ ਦੇ ਵਿੱਚ ਹੈ ਅਤੇ ਬਾਕੀ ਬਚਦਾ 15% ਪਾਕਿਸਤਾਨ ਦੇ ਵਿੱਚ ਹੈ। ਅਗਰ ਭਾਰਤ ਵਿੱਚ ਗੱਲ ਕਰੀਏ ਤਾਂ 1,70,000 ਸਕੁਅਰ ਕਿਲੋਮੀਟਰ ਦਾ ਏਰੀਆ ਇਹ ਭਾਰਤ ਵਿੱਚ ਕਵਰ ਕਰਦੀ ਹੈ ਅਤੇ ਬਾਕੀ ਰਹਿੰਦਾ 30,000 ਸਕੁਅਰ ਕਿਲੋਮੀਟਰ ਦਾ ਏਰੀਆ ਜਿਹੜਾ ਥਾਰ ਡੈਜ਼ਰਟ ਦਾ ਹੈ ਉਹ ਪਾਕਿਸਤਾਨ ਰੀਜਨ ਦੇ ਵਿੱਚ ਕਵਰ ਕੀਤਾ ਜਾਂਦਾ ਹੈ। ਤਕਰੀਬਨ ਅਗਰ ਅਸੀਂ ਅਪਰੋਕਸੀਮੇਟਲੀ ਗੱਲ ਕਰੀਏ ਕਿ ਇਹ ਭਾਰਤ ਦਾ ਤਕਰੀਬਨ 5% ਹਿੱਸਾ ਹੈ ਜੋ ਉਹ ਥਾਰ ਮਾਰੂਥਲ ਦਾ ਹੈ ਅਤੇ ਜੋ ਪਾਕਿਸਤਾਨ ਦੇ ਵਿੱਚ, ਅਤੇ ਤਕਰੀਬਨ 60% ਜਿਹੜਾ ਡੈਜ਼ਰਟ ਏਰੀਆ ਹੈ ਉਹ ਅਗਰ ਅਸੀਂ ਗੱਲ ਕਰੀਏ ਤਾਂ ਰਾਜਸਥਾਨ ਦੇ ਵਿੱਚ ਪੈਂਦਾ ਹੈ। ਰਾਜਸਥਾਨ ਦਾ 60% ਏਰੀਆ ਥਾਰ ਮਾਰੂਥਲ ਹੈ ਅਤੇ ਭਾਰਤ ਦੇ ਵਿੱਚ ਇਹ ਥਾਰ ਮਾਰੂਥਲ ਅਗਰ ਅਸੀਂ ਇੱਕ ਗਿਣਤੀ ਵਿੱਚ ਲੈ ਕੇ ਆਉਣੇ ਆ ਤਾਂ ਇਹ 5% ਹੈ, ਰਾਜਸਥਾਨ ਦੇ ਵਿੱਚ 60% ਹੈ। ਹਾਂਜੀ, ਅਤੇ ਇਸ ਦੇ ਨਾਲ ਹੀ ਇਸ ਦੀਆਂ ਜੋ ਬਾਉਂਡਰੀਜ਼ ਹਨ ਉਹ ਥਾਰ ਮਾਰੂਥਲ ਦੀਆਂ ਗੁਜਰਾਤ, ਪੰਜਾਬ, ਹਰਿਆਣਾ ਅਤੇ ਪਾਕਿਸਤਾਨ ਦੇ ਵਿੱਚ ਸਿੰਧ ਪ੍ਰੋਵਿੰਸ ਦੇ ਨਾਲ, ਸਿੰਧ ਸਟੇਟ ਦੇ ਨਾਲ ਪਾਕਿਸਤਾਨ ਦੇ ਵਿੱਚ ਜੋ ਪੈਂਦੀ ਹੈ ਉਸ ਦੇ ਨਾਲ ਜਾ ਕੇ ਲੱਗਦਾ ਹੈ। ਅਗਰ ਅਸੀਂ ਗੱਲ ਕਰੀਏ ਥਾਰ ਮਾਰੂਥਲ ਦੀ ਅਤੇ ਇਹ ਬੀਕਾਨੇਰ ਤੋਂ ਤਕਰੀਬਨ 500 ਤੋਂ ਲੈ ਕੇ 600 ਕਿਲੋਮੀਟਰ ਵੈਸਟ ਵੱਲ ਨੂੰ ਜੈਸਲਮੇਰ ਇੱਕ ਸ਼ਹਿਰ ਹੈ ਜੋ ਰਾਜਸਥਾਨ ਦੇ ਬਿਲਕੁਲ ਲਾਸਟ ਅਸੀਂ ਕਹਿ ਸਕਦੇ ਹਾਂ ਕਿ ਇੱਕ ਸ਼ਹਿਰ ਦੇ ਵਿੱਚ ਆਉਂਦਾ ਹੈ। ਉਸ ਤੋਂ ਕੁਝ ਕਿਲੋਮੀਟਰ ਬਾਅਦ ਪਾਕਿਸਤਾਨ ਦਾ ਰੀਜਨ ਸਟਾਰਟ ਹੋ ਜਾਂਦਾ ਹੈ ਅਤੇ ਥਾਰ ਮਾਰੂਥਲ ਲਈ ਜੈਸਲਮੇਰ ਸਭ ਤੋਂ ਬੈਸਟ ਲੋਕੇਸ਼ਨ ਮੰਨੀ ਜਾਂਦੀ ਹੈ। ਰਾਜਸਥਾਨ ਦੇ ਜੈਸਲਮੇਰ ਵਿੱਚ ਅਨੇਕਾਂ ਪ੍ਰਕਾਰ ਦੀਆਂ ਐਕਟੀਵਿਟੀਜ਼ ਕੀਤੀਆਂ ਜਾਂਦੀਆਂ ਨੇ ਥਾਰ ਮਾਰੂਥਲ ਉੱਤੇ, ਜਿਸ ਤਰ੍ਹਾਂ ਅਸੀਂ ਵੀਡੀਓਜ਼ ਦੇ ਕਲਿੱਪਸ ਵਿੱਚ ਵੀ ਦੇਖਦੇ ਹੁੰਦੇ ਹਾਂ ਕਿ ਜੋ ਥਾਰ ਮਾਰੂਥਲ ਹੈ ਉੱਥੇ ਕਾਫੀ ਐਕਟੀਵਿਟੀਜ਼ ਕੀਤੀਆਂ ਜਾਂਦੀਆਂ ਹਨ। ਅਸੀਂ ਉਹਨਾਂ ਵਿੱਚੋਂ ਕੁਝ ਦਾ ਜ਼ਿਕਰ ਅੱਗੇ ਕਰਾਂਗੇ। ਹਾਂਜੀ, ਕੁਝ ਇੰਪੋਰਟੈਂਟ ਜੋ ਥਾਰ ਡੈਸਟੀਨੇਸ਼ਨਸ ਹਨ ਭਾਰਤ ਦੇ ਵਿੱਚ ਉਹ ਹਨ ਜੈਸਲਮੇਰ, ਬੀਕਾਨੇਰ, ਮਾਊਂਟ ਆਬੂ, ਮਾਂਡਵਾ, ਮੋਂਡੀ, ਚਿਤੌੜਗੜ੍ਹ, ਕੋਟਾ, ਨਗੌਰ, ਸਵਾਈ ਮਾਧੋਪੁਰ। ਅਤੇ ਥਾਰ ਡੈਜ਼ਰਟ, ਜੈਸਲਮੇਰ ਡੈਜ਼ਰਟ, ਡੱਚ ਡੈਜ਼ਰਟ, ਜੋਧਪੁਰ ਡੈਜ਼ਰਟ, ਇਹ 4 ਡੈਜ਼ਰਟ ਹਨ ਅਤੇ ਬਾਕੀ ਜੋ ਹਨ ਇਸ ਦੇ ਸਾਹਮਣੇ ਅਸੀਂ ਹੁਣ ਰੀਡ ਕੀਤੇ ਨੇ, ਇਹ ਉਸ ਦੇ ਨਾਲ ਸੰਬੰਧਿਤ ਕੁਝ ਡੈਸਟੀਨੇਸ਼ਨਸ ਹਨ। ਹਾਂਜੀ, ਇਸ ਤੋਂ ਬਾਅਦ ਅਸੀਂ ਐਕਟੀਵਿਟੀਜ਼ ਦੀ ਗੱਲ ਕਰਾਂਗੇ। ਡਿਊਨ ਬੇਸਿੰਗ ਇਹ ਕੀ ਹੁੰਦਾ ਹੈ? ਅਸੀਂ ਸਾਰਿਆਂ ਨੇ ਦੇਖਿਆ ਹੈ ਜਿਸ ਤਰ੍ਹਾਂ ਜਿਹੜੀ ਇਹ ਐਕਟੀਵਿਟੀ ਹੈ ਇਹ ਰਾਜਸਥਾਨ ਦੇ ਵਿੱਚ ਕੀਤੀ ਜਾਂਦੀ ਹੈ ਜਾਂ ਇਹ ਜ਼ਿਆਦਾਤਰ ਦੁਬਈ ਦੇ ਵਿੱਚ ਕੀਤੀ ਜਾਂਦੀ ਹੈ। ਜਿਸ ਤਰ੍ਹਾਂ ਅਸੀਂ ਸਾਰੇ ਜਾਣਦੇ ਹਾਂ ਸਾਰੇ ਕਿ ਦੁਬਈ ਵੀ ਇੱਕ ਥਾਰ ਡੈਜ਼ਰਟ ਦੀ ਤਰ੍ਹਾਂ ਹੈ।
ਹੁਣ ਅਗਰ ਅਸੀਂ ਇਸ ਐਕਟੀਵਿਟੀ ਦੀ ਗੱਲ ਕਰੀਏ ਤਾਂ ਅਸੀਂ ਸਾਰਿਆਂ ਨੇ ਵੇਖਿਆ ਹੈ ਕਿ ਕਿਸੇ ਕਾਰ ਨੂੰ ਜੋ 4x4 ਅਸੀਂ ਕਹਿ ਦਿੰਦੇ ਹਾਂ, ਇੱਕ SUV ਕਾਰ, ਉਸ ਨੂੰ ਰਾਜਸਥਾਨ ਦੇ ਵਿੱਚ ਇਹਨਾਂ ਥਾਰ ਡੈਜ਼ਰਟ ਦੇ ਉੱਤੇ ਘੁਮਾਇਆ ਜਾਂਦਾ ਹੈ ਅਤੇ ਸੈਲਾਨੀ ਨੂੰ ਬਿਠਾ ਕੇ ਇੱਕ ਜੋ ਵੱਖਰਾ ਹੀ ਨਜ਼ਾਰਾ ਪੇਸ਼ ਆਉਂਦਾ ਹੈ। ਬਹੁਤ ਸੈਲਾਨੀ ਇਹ ਐਕਟੀਵਿਟੀ ਖੁਦ ਕਰਨਾ ਪਸੰਦ ਕਰਦੇ ਹਨ ਅਤੇ ਇਸ ਦੇ ਨਾਲ ਜੋ ਗਾਈਡ ਹੈ ਉਹ ਪੂਰੇ ਚੰਗੇ ਤਰੀਕੇ ਦੇ ਨਾਲ ਹਰ ਇੱਕ ਜੋ ਟੂਰਿਸਟ ਹੈ ਉਹ ਇਹ ਐਕਟੀਵਿਟੀ ਕਰਨਾ ਚਾਹੁੰਦਾ ਹੈ, ਉਸ ਨੂੰ ਗਾਈਡ ਕੀਤਾ ਜਾਂਦਾ ਹੈ। ਇਹ ਬੇਸਿਕਲੀ ਇੱਕ ਐਕਟੀਵਿਟੀ ਕਾਰ ਦੇ ਰਾਹੀਂ ਕੀਤੀ ਜਾਂਦੀ ਹੈ ਥਾਰ ਡੈਜ਼ਰਟ ਦੇ ਉੱਤੇ। ਹਾਂਜੀ, ਉਸ ਤੋਂ ਬਾਅਦ ਆ ਗਈ ਹੈ ਪੈਰਾਸੇਲਿੰਗ ਇਨ ਰਾਜਸਥਾਨ। ਹਾਂਜੀ, ਇਸ ਦੇ ਵਿੱਚ ਵੀ ਕੋਈ ਜ਼ਿਆਦਾ ਫਰਕ ਨਹੀਂ ਹੈ। ਇਸ ਦੇ ਵਿੱਚ ਇੱਕ ਕਾਰ ਦੇ ਰਾਹੀਂ ਸਾਨੂੰ ਇਹ ਜਿਹੜੀ ਐਕਟੀਵਿਟੀ ਹੈ ਉਹ ਕਰਨ ਦਾ ਮੌਕਾ ਮਿਲਦਾ ਹੈ। ਹਾਂਜੀ, ਉਸ ਤੋਂ ਸ਼ਾਮ ਨੂੰ ਅਤੇ ਮੋਰਨਿੰਗ ਟਾਈਮ ਉਹਨਾਂ ਟਿੱਲਿਆਂ ਦੇ ਉੱਤੇ ਬੈਠ ਕੇ ਜੋ ਕੁਦਰਤ ਦਾ ਨਜ਼ਾਰਾ ਹੈ ਉਹ ਵੇਖਣ ਦਾ ਵੱਖਰਾ ਹੀ ਇੱਕ ਆਨੰਦ ਹੈ। ਕੈਮਲ ਰਾਈਡਿੰਗ ਕਰਨ ਦਾ ਮੌਕਾ ਮਿਲਦਾ ਹੈ, ਜਿਸ ਵਿੱਚ ਸੈਲਾਨੀ ਊਠ ਦੀ ਸਵਾਰੀ ਦਾ ਆਨੰਦ ਲੈਂਦੇ ਹਨ। ਇਹ ਹਰ ਇੱਕ ਥਾਰ ਡੈਜ਼ਰਟ ਦੀ ਇੱਕ ਬੇਸਿਕ ਐਕਟੀਵਿਟੀਜ਼ ਹਨ ਜੋ ਹਰ ਇੱਕ ਸੈਲਾਨੀ ਉੱਥੇ ਜਾਂਦਾ ਹੈ ਉਹ ਤਕਰੀਬਨ ਕਰਦਾ ਹੀ ਕਰਦਾ ਹੈ। ਕੈਮਲ ਰਾਈਡਿੰਗ, ਜਿੱਦਾਂ ਪੰਜਾਬ ਵਿੱਚ ਅਸੀਂ ਆਪਣੇ ਪੁਰਾਣੇ ਸਮੇਂ ਇੱਥੇ ਵੀ ਕੈਮਲ ਹੁੰਦੇ ਸਨ, ਬਟ ਹੁਣ ਸਮੇਂ ਦੇ ਨਾਲ ਨਾਲ ਸਾਰਾ ਕੁਝ ਰੈਪਿਡਲੀ ਚੇਂਜ ਹੋ ਗਿਆ ਅਤੇ ਜੋ ਕੈਮਲ ਰਾਈਡਿੰਗ ਦਾ ਆਨੰਦ ਹੈ ਇਹ ਸਿਰਫ ਹੁਣ ਰਾਜਸਥਾਨ ਤੱਕ ਹੀ ਸੀਮਤ ਹੋ ਕੇ ਰਹਿ ਚੁੱਕਿਆ ਹੈ। ਉਸ ਤੋਂ ਬਾਅਦ ਕੈਂਪਿੰਗ ਵਗੈਰਾ ਰਾਤ ਨੂੰ ਲਾ ਕੇ ਕੈਂਪਿੰਗ ਵਿੱਚ ਅਸੀਂ ਉੱਥੇ ਨਾਈਟ ਸਟੇ ਕਰਦੇ ਹਾਂ ਅਤੇ ਜੈਸਲਮੇਰ ਵਿੱਚ ਇਹਨਾਂ ਐਕਟੀਵਿਟੀਜ਼ ਤੋਂ ਇਲਾਵਾ ਉੱਥੇ ਉਹ ਆਪਣੀ ਕਲਾਕ੍ਰਿਤੀ ਦੀਆਂ ਕੁਝ ਝਲਕੀਆਂ ਵੀ ਜੋ ਉੱਥੇ ਸੈਲਾਨੀ ਆਉਂਦੇ ਹਨ ਉਹਨਾਂ ਨੂੰ ਪੇਸ਼ ਕਰਦੇ ਹਨ। ਆਪਣੇ ਇੱਕ ਜੋ ਉਹਨਾਂ ਦੀ ਇੱਕ ਵਾਰਮ ਹੌਸਪੀਟੈਲਿਟੀ ਹੈ, ਉਹਨਾਂ ਦਾ ਕਲਚਰ ਹੈ, ਉਹ ਹਰ ਇੱਕ ਟੂਰਿਸਟ ਅੱਗੇ ਪੇਸ਼ ਕੀਤਾ ਜਾਂਦਾ ਹੈ, ਜਿਸ ਵਿੱਚ ਬਹੁਤ ਤਰ੍ਹਾਂ ਦੀਆਂ ਉਹ ਆਪਣੀਆਂ ਵਿਰਾਸਤੀ ਖੇਡਾਂ ਦਾ ਪ੍ਰਦਰਸ਼ਨ ਕਰਦੇ ਹਨ ਅਤੇ ਉਹਨਾਂ ਦੇ ਜੋ ਲੋਕਲ ਪਕਵਾਨ ਹਨ ਉਹਨਾਂ ਦਾ ਜੋ ਟੇਸਟ ਹੈ ਉਹ ਹਰ ਇੱਕ ਸੈਲਾਨੀ ਇਹਨਾਂ ਐਕਟੀਵਿਟੀਜ਼ ਦੇ ਨਾਲ ਹੀ ਉਹਨਾਂ ਥਾਰ ਡੈਜ਼ਰਟ ਦੇ ਵਿੱਚ ਬੈਠ ਕੇ ਆਨੰਦ ਮਾਣਦਾ ਹੈ। ਹਾਂਜੀ, ਇਸ ਤੋਂ ਬਾਅਦ ਅਸੀਂ ਗੱਲ ਕਰਾਂਗੇ ਕਿ ਵੈਟਲੈਂਡ ਕੀ ਹੁੰਦੇ ਹਨ। ਇਸ ਪਿਕਚਰ ਦੇ ਵਿੱਚ ਅਸੀਂ ਕਲੀਅਰ ਵੇਖ ਰਹੇ ਹਾਂ ਕਿ ਇੱਕ ਏਰੀਆ ਹੈ ਜੋ ਕਿ ਪਾਣੀ ਦੇ ਨਾਲ ਕਾਫੀ ਹੱਦ ਤੱਕ ਲੁਕਿਆ ਹੋਇਆ ਹੈ। ਬਿਲਕੁਲ, ਇਹ ਇੱਕ ਏਰੀਆ ਹੁੰਦਾ ਹੈ ਜਿਸ ਨੂੰ ਅਸੀਂ ਦਲਦਲ ਵੀ ਕਹਿ ਸਕਦੇ ਹਾਂ ਇੱਕ ਤਰ੍ਹਾਂ ਦੀ। ਇਹ ਏਰੀਆ ਹੈ ਜੋ ਕਿ ਸਾਲ ਦੇ 12 ਮਹੀਨੇ ਜਾਂ 9 ਮਹੀਨੇ, ਅੱਧਾ ਵੀ ਜਾਂ ਜ਼ਿਆਦਾ ਵੀ, ਇਹ ਪਾਣੀ ਨਾਲ ਕਵਰ ਅਪ ਹੁੰਦਾ ਹੈ, ਜੋ ਕਿ ਸੀਜ਼ਨਲ ਟੂ ਸੀਜ਼ਨਲ ਘਟਦਾ ਅਤੇ ਵੱਧਦਾ ਰਹਿੰਦਾ ਹੈ। ਇਸ ਵਿੱਚ ਜੋ ਪੇੜ ਪੌਦੇ ਹਨ, ਜਿਸ ਤਰ੍ਹਾਂ ਅਸੀਂ ਫੋਟੋ ਵਿੱਚ ਵੀ ਵੇਖ ਰਹੇ ਹਾਂ, ਉਹ ਵੀ ਨਾਲ ਦੀ ਨਾਲ ਹੀ ਇਸ ਦੇ ਵਿੱਚ ਗਰੋ ਹੁੰਦੇ ਰਹਿੰਦੇ ਹਨ ਸਮੇਂ ਸਮੇਂ 'ਤੇ ਅਤੇ ਜੋ ਜੰਗਲੀ ਜਾਨਵਰ ਹਨ ਜਾਂ ਪਾਣੀ ਨਾਲ ਸੰਬੰਧਿਤ ਸਾਡੇ ਜੀਵ ਹਨ ਉਹ ਇਸ ਵੈਟਲੈਂਡ ਦੇ ਵਿੱਚ ਪਾਏ ਜਾਂਦੇ ਹਨ। ਹਾਂਜੀ, ਇਸ ਦੀ ਡੈਫੀਨੇਸ਼ਨ ਅਸੀਂ ਆਲਰੇਡੀ ਕਰ ਚੁੱਕੇ ਹਾਂ ਕਿ ਸੀਜ਼ਨਲ ਵੀ ਹੁੰਦੇ ਹਨ ਜਾਂ ਪਰਮਾਨੈਂਟਲੀ ਵੀ ਹੋ ਸਕਦੇ ਹਨ, ਟੈਂਪਰੇਰੀ ਵੀ ਹੋ ਸਕਦੇ ਹਨ। ਹਾਂਜੀ, ਹੁਣ ਅਸੀਂ 2 ਐਗਜ਼ਾਮਪਲਾਂ ਤੁਹਾਡੇ ਸਾਹਮਣੇ ਲੈ ਕੇ ਆਏ ਵੈਟਲੈਂਡ ਨੂੰ ਕਲੀਅਰ ਕਰਨ ਦੇ ਲਈ ਕਿ ਵੈਟਲੈਂਡ ਐਕਚੁਅਲ ਦੇ ਵਿੱਚ ਕੀ ਹੁੰਦੇ ਹਨ। ਅਗਰ ਅਸੀਂ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ 2 ਇੱਦਾਂ ਦੀਆਂ ਡੈਸਟੀਨੇਸ਼ਨਸ ਹਨ ਜੋ ਕਿ ਪੂਰਨ ਤੌਰ 'ਤੇ ਵੈਟਲੈਂਡਸ ਹਨ। ਸਭ ਤੋਂ ਪਹਿਲਾਂ ਅਸੀਂ ਗੱਲ ਕਰਾਂਗੇ ਹਰੀਕੇ ਪੱਤਨ ਦੀ, ਜੋ ਕਿ ਤਰਨਤਾਰਨ ਦੇ ਵਿੱਚ ਪੈਂਦਾ ਹੈ। ਅਸੀਂ ਫੋਟੋ ਵਿੱਚ ਵੇਖ ਰਹੇ ਹਾਂ ਕਿ ਇੱਕ ਜੋ ਬੱਸ ਹੈ ਉਹ ਪਾਣੀ ਵਿੱਚ ਚੱਲਦੀ ਵਿਖਾਈ ਦੇਖ ਰਹੀ ਹੈ ਸਾਨੂੰ। ਹਾਂਜੀ, ਬਿਲਕੁਲ, ਇਹ ਅਸੀਂ ਪਿੱਛੇ ਜੋ ਅਸੀਂ ਸਾਰਿਆਂ ਨੇ ਪੰਜਾਬ ਵਿੱਚ ਇਹ ਅਸੀਂ ਵੇਖਿਆ ਵੀ ਸੀ ਅਤੇ ਸੁਣਨ ਵਿੱਚ ਵੀ ਆਇਆ ਸੀ ਕਿ ਗੌਰਮੈਂਟ ਨੇ, ਪੰਜਾਬ ਟੂਰਿਜ਼ਮ ਬੋਰਡ ਨੇ ਇੱਕ ਪਾਣੀ ਵਾਲੀ ਬੱਸ ਚਲਾਈ ਜਿਸ ਨੂੰ ਵਾਟਰ ਕਰੂਜ਼ ਵੀ ਕਹਿੰਦੇ ਆ। ਬਿਲਕੁਲ, ਇਹ ਹਰੀਕੇ ਪੱਤਨ ਵਿੱਚ ਚਲਾਈ ਗਈ ਸੀ ਜਿੱਥੇ ਕਿ ਵੈਟਲੈਂਡ ਹਨ। ਇੱਕ ਪੂਰਾ ਏਰੀਆ, ਕਾਫੀ ਵੱਡਾ ਏਰੀਆ ਹੈ ਜੋ ਕਿ ਪਾਣੀ ਦੇ ਨਾਲ ਕਾਫੀ ਹੱਦ ਤੱਕ ਢੱਕਿਆ ਹੋਇਆ ਹੈ, ਜਿਸ ਦੇ ਵਿੱਚ ਬਹੁਤ ਤਰ੍ਹਾਂ ਦੇ ਜੋ ਜਾਨਵਰ ਨੇ ਉਹ ਵੀ ਵੇਖਣ ਨੂੰ ਮਿਲਦੇ ਨੇ ਅਤੇ ਇਸ ਬੱਸ ਦੇ ਰਾਹੀਂ ਅਸੀਂ ਉਸ ਵੈਟਲੈਂਡ ਦੀ ਸੈਰ ਕਰ ਸਕਦੇ ਸੀ।
ਇਸ ਵਿੱਚ ਬੈਠ ਕੇ ਅਸੀਂ ਜੋ ਪਾਣੀ ਹੇਠ ਜਾਨਵਰ ਰਹਿੰਦੇ ਹਨ ਜਾਂ ਪੰਛੀ ਰਹਿੰਦੇ ਹਨ ਜਾਂ ਆਸ-ਪਾਸ ਦੀ ਜੋ ਗ੍ਰੀਨਰੀ ਹੈ, ਉਸ ਦਾ ਅਸੀਂ ਇਸ ਬੱਸ ਦੇ ਰਾਹੀਂ ਹਰੀਕੇ ਪੱਤਣ ਵਿੱਚ ਇੱਕ ਪੂਰਾ ਆਨੰਦ ਲੈ ਸਕਦੇ ਹਾਂ। ਅਤੇ ਇਸ ਦੇ ਨਾਲ ਅਸੀਂ ਰੂਪਨਗਰ ਜੋ ਜਿਸ ਦੀ ਅਸੀਂ ਪਿਕਚਰ ਦੇਖ ਰਹੇ ਹਾਂ, ਰੂਪਨਗਰ ਵੀ ਵੈਟਲੈਂਡ ਹੈ। ਇਹ ਰੂਪਨਗਰ ਸ਼ਹਿਰ ਦੇ ਬਿਲਕੁਲ ਵਿੱਚੋਂ ਵਿੱਚ ਹੈ। ਇਹ ਇੱਥੇ ਕਾਫੀ ਏਰੀਆ ਕਵਰ ਅਪ ਕੀਤਾ ਹੋਇਆ ਹੈ। ਇਸ ਰੂਪਨਗਰ ਵੈਟਲੈਂਡ ਦੀ ਸਭ ਤੋਂ ਵੱਡੀ ਖਾਸੀਅਤ ਇਹ ਹੈ ਕਿ ਹਰ ਸਾਲ ਇੱਥੇ ਹਜ਼ਾਰਾਂ ਦੀ ਤਾਦਾਦ ਵਿੱਚ ਦੂਰ ਦਰਾਡੇ ਦੇਸ਼ਾਂ ਤੋਂ ਉੱਡ ਕੇ ਪੰਛੀ ਇੱਥੇ ਆਉਂਦੇ ਹਨ। ਉਹ ਪੰਛੀ ਸੀਜ਼ਨਲ ਆਉਂਦੇ ਹਨ। ਕਹਿਣ ਦਾ ਭਾਵ ਕਿ ਉਹ ਇਹ ਨਹੀਂ ਹੈ ਕਿ ਜੋ ਵੈਟਲੈਂਡ ਹੈ ਰੂਪਨਗਰ ਦਾ, ਹਰ ਸਾਲ ਅਸੀਂ ਉੱਥੇ ਇਹਨਾਂ ਪੰਛੀਆਂ ਨੂੰ ਵੇਖ ਸਕਦੇ ਹਾਂ। ਬਿਲਕੁਲ ਨਹੀਂ, ਇਹ ਸੀਜ਼ਨਲ ਹੁੰਦੇ ਹਨ। ਇਹ ਦੂਰ ਦਰਾਡੇ ਦੇ ਦੇਸ਼ਾਂ ਤੋਂ ਉੱਡ ਕੇ ਇਸ ਵੈਟਲੈਂਡ 'ਤੇ ਆਉਂਦੇ ਹਨ। ਅਤੇ ਇੱਥੇ ਕੁਝ ਸਮਾਂ ਬਤੀਤ ਕਰਨ ਤੋਂ ਬਾਅਦ ਇਹ ਫਿਰ ਆਪਣੇ ਮੁਲਕਾਂ ਨੂੰ ਫਿਰ ਵਾਪਸ ਹੋ ਜਾਂਦੇ ਹਨ। ਇਹ ਉਹ ਏਰੀਆ ਹੈ ਜੋ ਅਸੀਂ ਪੰਜਾਬ ਦੇ ਵਿੱਚ ਜੋ ਅਸੀਂ ਵੇਖ ਸਕਦੇ ਹਾਂ। ਦੋ ਵੈਟਲੈਂਡ ਹਨ, ਹਰੀਕੇ ਪੱਤਣ ਅਤੇ ਰੂਪਨਗਰ, ਜਿਸ ਦਾ ਨਵਾਂ ਨਾਮ ਰੂਪਨਗਰ ਹੈ। ਇਹ ਉਹ ਵੈਟਲੈਂਡ ਹਨ ਜੋ ਕਿ ਏਰੀਆ ਹੈ ਜੋ ਕਿ ਪਾਣੀ ਦੇ ਨਾਲ ਢਕਿਆ ਰਹਿੰਦਾ ਹੈ। ਉਹ ਟੈਂਪਰੇਰੀ ਵੀ ਹੋ ਸਕਦਾ ਹੈ, ਪਰਮਾਨੈਂਟਲੀ ਵੀ ਹੋ ਸਕਦਾ ਹੈ। ਇਸ ਵਿੱਚ ਪੇੜ ਪੌਦੇ ਜੋ ਉਹ ਸਮੇਂ ਸਮੇਂ 'ਤੇ ਗਰੋ ਕਰਦੇ ਰਹਿੰਦੇ ਹਨ। ਇੱਕ ਦਲਦਲਾ ਏਰੀਆ ਹੁੰਦਾ ਹੈ ਇਹ। ਹਾਂਜੀ, ਇਸ ਤੋਂ ਅਸੀਂ ਰਾਮਸਰ ਸਾਈਟਸ ਬਾਰੇ ਗੱਲ ਕਰਾਂਗੇ। ਰਾਮਸਰ ਸਾਈਟਸ ਬੇਸਿਕਲੀ ਜੋ ਡਿਜ਼ਾਈਨ ਕੀਤੀਆਂ ਗਈਆਂ ਹਨ, ਇਹ ਵੈਟਲੈਂਡ ਨੂੰ ਪ੍ਰੀਜ਼ਰਵ ਕਰਨ ਲਈ ਕੀਤੀਆਂ ਗਈਆਂ ਹਨ। ਇਹ ਯੂਨੈਸਕੋ ਵੱਲੋਂ 1971 ਦੇ ਵਿੱਚ ਇੱਕ ਕਹਿ ਲਓ ਕਿ ਇੱਕ ਸੁਸਾਇਟੀ ਬਣਾਈ ਗਈ, ਜਿਸ ਦੇ ਵਿੱਚ ਇਹ ਵੈਟਲੈਂਡਸ ਨੂੰ ਪ੍ਰੀਜ਼ਰਵ ਕਰਕੇ ਰੱਖਣ ਦਾ ਜੋ ਕੰਮ ਹੈ, ਉਹ ਰਾਮਸਰ ਸਾਈਟਸ ਨੂੰ ਇੱਕ ਕਨਵੈਨਸ਼ਨ ਦੇ ਰੂਪ ਵਿੱਚ ਬਣਾਇਆ ਗਿਆ। ਅਤੇ ਜੋ ਵੀ ਵੈਟਲੈਂਡਸ ਹਨ, ਉਹਨਾਂ ਸਭ ਦੀ ਦੇਖ ਰੇਖ ਰਾਮਸਰ ਸਾਈਟਸ ਵੱਲੋਂ ਕਿ ਇਹਨਾਂ ਨੂੰ ਰਾਮਸਰ ਸਾਈਟਸ ਵਿੱਚ ਗਿਣਿਆ ਜਾਂਦਾ ਹੈ। ਬੇਸਿਕਲੀ ਸਭ ਤੋਂ ਪਹਿਲਾਂ ਇਹ 1971 ਦੇ ਵਿੱਚ ਯੂਨੈਸਕੋ ਨੇ ਇਸ ਨੂੰ ਇੱਕ ਰੂਪ ਦਿੱਤਾ ਅਤੇ 1975 ਦੇ ਵਿੱਚ ਇਸ ਨੂੰ ਫੰਕਸ਼ਨਲ ਕੀਤਾ ਗਾ। ਕਹਿਣ ਦਾ ਭਾਵ 1971 ਵਿੱਚ ਬਣੀ ਅਤੇ 1975 ਦੇ ਵਿੱਚ ਇਹ ਜਿਹੜੀ ਸੁਸਾਇਟੀ ਸੀ ਇਹ ਸ਼ੁਰੂ ਕੀਤੀ ਗਈ। ਰਾਮਸਰ ਸਾਈਟ ਕਨਵੈਨਸ਼ਨ ਸੁਸਾਇਟੀ ਸੀਗੀ ਜਿਹੜੀ ਇਹ ਸ਼ੁਰੂ ਕੀਤੀ ਗਈ ਅਤੇ ਇਸ ਵਿੱਚ ਵੈਟਲੈਂਡਸ ਨੂੰ ਹੀ ਪ੍ਰਮੋਟ ਕੀਤਾ ਗਿਆ। ਇਸ ਨੂੰ ਪ੍ਰੀਜ਼ਰਵ ਕਿਸ ਤਰ੍ਹਾਂ ਕਰਕੇ ਰੱਖ ਸਕਦੇ ਹਾਂ, ਇਸ ਦੀ ਇੰਟਰਨੈਸ਼ਨਲ ਪੱਧਰ 'ਤੇ ਕੀ ਮਹੱਤਤਾ ਹੈ ਜੋ ਵੈਟਲੈਂਡਸ ਹਨ, ਇਹ ਸਾਰਾ ਕੁਝ ਇਸ ਨੂੰ ਧਿਆਨ ਵਿੱਚ ਰੱਖ ਕੇ ਹੀ ਰਾਮਸਰ ਜੋ ਕਨਵੈਨਸ਼ਨ ਹੈ ਉਹ ਸ਼ੁਰੂ ਕੀਤੀ ਗਈ ਸੀਗੀ। ਬੇਸਿਕਲੀ ਰਾਮਸਰ ਜੋ ਇੱਕ ਸ਼ਹਿਰ ਹੈ, ਬੇਸਿਕਲੀ ਇਹ ਇੱਕ ਈਰਾਨ ਦਾ ਸ਼ਹਿਰ ਹੈ। ਉੱਥੇ ਸਭ ਤੋਂ ਪਹਿਲੀ ਵਾਰ 1971 ਦੇ ਵਿੱਚ ਇਹ ਰਾਮਸਰ ਜੋ ਕਨਵੈਨਸ਼ਨ ਸੀਗੀ ਉਸ ਬਾਰੇ ਚਰਚਾ ਹੋਈ ਅਤੇ 1975 ਵਿੱਚ ਸ਼ੁਰੂ ਕੀਤੀ ਗਈ। ਕਰੰਟਲੀ ਅਗਰ ਅਸੀਂ ਗੱਲ ਕਰੀਏ ਤਾਂ ਤਕਰੀਬਨ 169 ਜਿਹੜੇ ਕੰਟਰੀਜ਼ ਨੇ ਉਹ ਇਸ ਦੇ ਭਾਗੀਦਾਰ ਹਨ, ਜੋ ਰਾਮਸਰ ਸਾਈਟ ਦੇ ਭਾਗੀਦਾਰ ਹਨ, ਜਿਸ ਵਿੱਚ ਤਕਰੀਬਨ ਹੁਣ ਅਸੀਂ ਦੇਖ ਹੀ ਰਹੇ ਹਾਂ 169 ਤਕਰੀਬਨ 170 ਦੇਸ਼ਾਂ ਦੇ ਜਿਹੜੀਆਂ ਸਰਕਾਰਾਂ ਨੇ ਉਹ ਇਸ ਕਨਵੈਨਸ਼ਨ ਦਾ ਹਿੱਸਾ ਬਣ ਚੁੱਕੇ ਹਨ ਅਤੇ ਆਪਣੇ ਦੇਸ਼ ਦੇ ਜੋ ਵੈਟਲੈਂਡ ਹਨ ਉਸ ਨੂੰ ਪ੍ਰੀਜ਼ਰਵ ਕਰਕੇ ਰੱਖਣ ਦੇ ਲਈ ਇਹਨਾਂ ਸੁਸਾਇਟੀਜ਼ ਦੀ ਹੈਲਪ ਲਈ ਜਾਂਦੀ ਹੈ ਅਤੇ ਇਹਨਾਂ ਨੂੰ ਯੂਨੈਸਕੋ ਦੇ ਵਿੱਚ ਤਕਰੀਬਨ ਜਿੰਨੇ ਵੀ ਇਹ ਵੈਟਲੈਂਡਸ ਹਨ ਉਹਨਾਂ ਨੂੰ ਪ੍ਰੀਜ਼ਰਵ ਕਰਕੇ ਰੱਖਣ ਦੀ ਡਿਊਟੀ ਅਤੇ ਪਾਲਿਸੀਜ਼, ਰੂਲ ਰੈਗੂਲੇਸ਼ਨਸ ਸਮੇਂ-ਸਮੇਂ 'ਤੇ ਬਣਾਏ ਜਾਂਦੇ ਹਨ ਤਾਂ ਜੋ ਇਹਨਾਂ ਜਿਹੜੇ ਵੈਟਲੈਂਡਸ ਹਨ ਇਸ ਨੂੰ ਪ੍ਰੀਜ਼ਰਵ ਕਰਕੇ ਰੱਖਿਆ ਜਾ ਸਕੇ। ਹਾਂਜੀ, ਅੱਗੇ ਅਸੀਂ ਇਸ ਮੈਪ ਦੇ ਵਿੱਚ ਦੇਖ ਰਹੇ ਹਾਂ ਕਿ ਰਾਮਸਰ ਸਾਈਟਸ ਭਾਰਤ ਦੇ ਵਿੱਚ ਕਾਫੀ ਹਨ, ਨਾਰਥ ਦੇ ਵਿੱਚ ਵੀ ਕਾਫੀ ਹਨ, ਈਸਟ ਦੇ ਵਿੱਚ ਵੀ ਕਾਫੀ ਹਨ। ਹਾਂਜੀ, ਉਸ ਤੋਂ ਅੱਗੇ ਅਸੀਂ ਗੱਲ ਕਰਾਂਗੇ ਪਲੇਨਸ। ਪਲੇਨਸ ਕੀ ਹੁੰਦੇ ਹਨ? ਜਿਸ ਤਰ੍ਹਾਂ ਅਸੀਂ ਪਿਕਚਰ ਵਿੱਚ ਵੇਖ ਰਹੇ ਹਾਂ ਕਿ ਇਹ ਇੱਕ ਪਲੇਨ ਏਰੀਆ ਹੈ। ਜਿਸ ਤਰ੍ਹਾਂ ਪੰਜਾਬ ਦੇ ਵਿੱਚ ਅਸੀਂ ਰਹਿੰਦੇ ਹਾਂ ਅਤੇ ਅਸੀਂ ਇਸ ਨੂੰ ਪਲੇਨਸ ਕਹਾਂਗੇ ਕਿ ਅਸੀਂ ਇੱਕ ਪਲੇਨ ਏਰੀਏ 'ਤੇ ਰਹਿੰਦੇ ਹਾਂ। ਇਹ ਪਲੇਨਸ ਇੱਕ ਫਲੈਟ ਏਰੀਆ ਹੁੰਦਾ ਹੈ, ਇੱਕ ਪਲੇਨ ਏਰੀਆ ਹੁੰਦਾ ਹੈ। ਅਗਰ ਅਸੀਂ ਭਾਰਤ ਦੀ ਗੱਲ ਕਰੀਏ ਤਾਂ ਇਸ ਨੂੰ ਪਲੇਨ ਏਰੀਏ ਨੂੰ ਭਾਰਤ ਦਾ ਹਾਰਟਲੈਂਡ ਕਿਹਾ ਜਾਂਦਾ ਹੈ, ਇੱਕ ਦਿਲ ਕਿਹਾ ਜਾਂਦਾ ਹੈ, ਜਿੱਥੇ ਕਿ ਗੰਗਾ, ਜਮੁਨਾ ਅਤੇ ਹੋਰ ਬਹੁਤ ਸਾਰੇ ਦਰਿਆ, ਨਦੀਆਂ ਵਹਿੰਦੇ ਹਨ।
ਭਾਰਤ ਦਾ ਸਭ ਤੋਂ ਵੱਡਾ ਇਤਿਹਾਸ ਵੀ ਇਹਨਾਂ ਪਲੇਨ ਏਰੀਏ ਦੇ ਨਾਲ ਹੀ ਸੰਬੰਧਿਤ ਹੈ। ਸਭ ਤੋਂ ਵੱਧ ਲੜਾਈਆਂ ਅਗਰ ਦੇਖੀਏ ਤਾਂ ਇਹਨਾਂ ਪਲੇਨ ਏਰੀਏਜ਼ ਦੇ ਵਿੱਚ ਹੋਈਆਂ ਹਨ। ਅਗਰ ਇਤਿਹਾਸ ਕਿਤੇ ਬਣਿਆ ਹੈ ਤਾਂ ਇਹਨਾਂ ਪਲੇਨ ਏਰੀਏਜ਼ ਦੇ ਵਿੱਚ ਹੀ ਬਣਿਆ। ਜਿਸ ਤਰ੍ਹਾਂ ਅਸੀਂ ਗੱਲ ਕਰਦੇ ਹਾਂ ਕਿ ਪੰਜਾਬ ਸਾਡੀ ਗੁਰੂਆਂ ਪੀਰਾਂ ਦੀ ਧਰਤੀ ਹੈ, ਪੈਗੰਬਰਾਂ ਦੀ ਧਰਤੀ ਹੈ, ਬਿਲਕੁਲ ਇਹ ਪਲੇਨ ਏਰੀਆ ਹੀ ਸੀ ਜੀ, ਜਿੱਥੇ ਸਭ ਤੋਂ ਵੱਧ ਲੋਕਾਂ ਨੇ ਆ ਕੇ ਆਪਣੇ ਸਮੇਂ 'ਤੇ ਜੋ ਪ੍ਰੋਗਰਾਮ ਸੀਗੇ ਉਹ ਉਲੀਕੇ। ਅਤੇ ਇਸ ਕਰਕੇ ਹੀ ਭਾਰਤ ਦੇ ਵਿੱਚ ਪਲੇਨ ਏਰੀਜ਼ ਦੀ ਬਹੁਤ ਇੰਪੋਰਟੈਂਸ ਹੈ। ਇਸ ਦੇ ਨਾਲ ਹੀ ਅਸੀਂ ਗੱਲ ਕਰਾਂਗੇ ਕਿ ਹੋਰ ਕਿਹੜੇ ਜਿਹੜੇ ਰਾਜ ਨੇ ਇਸ ਵਿੱਚ ਸ਼ਾਮਿਲ ਹਨ। ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਪੰਜਾਬ, ਹਰਿਆਣਾ, ਬਿਹਾਰ, ਦਿੱਲੀ, ਹੋਰ ਇਸ ਦੇ ਨਾਲ ਇਲਾਕੇ ਹਨ ਜੋ ਕਿ ਪਲੇਨ ਹਨ। ਜ਼ਿਆਦਾ ਪਾਰਟ ਭਾਰਤ ਦਾ ਜਿਹੜਾ ਹੈ ਉਹ ਨਾਰਥ ਦੇ ਵਿੱਚ ਪਲੇਨ ਹੈ, ਅਤੇ ਬਾਕੀ ਹਿਮਾਲਿਅਨ ਹੈ, ਵਿੱਚ ਪਲੇਟਿਊਜ਼ ਵੀ ਆ ਜਾਂਦੇ ਹਨ, ਅਤੇ ਇਸ ਦੇ ਨਾਲ ਲੱਗਦੇ ਦੇਸ਼ ਹਨ ਜੋ ਵੀ ਕੁਝ ਪਲੇਨਸ ਹਨ, ਜਿਸ ਵਿੱਚ ਅਸੀਂ ਗੱਲ ਕਰਾਂਗੇ ਇੰਡੀਆ, ਨੇਪਾਲ ਐਂਡ ਬੰਗਲਾਦੇਸ਼। ਇਹ ਵੀ ਕੁਝ ਭਾਰਤ ਦੇ ਨਾਲ ਲੱਗਦੇ ਕੰਟਰੀਜ਼ ਹਨ ਜੋ ਕਿ ਇਹਨਾਂ ਪਲੇਨ ਏਰੀਜ਼ ਦੇ ਵਿੱਚ ਹੀ ਆਉਂਦੇ ਹਨ। ਹਾਂਜੀ, ਪਲੇਨਸ ਅਸੀਂ ਮੈਪ ਦੇ ਥਰੂ ਜ਼ਿਆਦਾ ਚੰਗੀ ਤਰੀਕੇ ਨਾਲ ਐਕਸਪਲੇਨ ਕਰ ਪਾਵਾਂਗੇ। ਜਿਸ ਤਰ੍ਹਾਂ ਇਸ ਵਿੱਚ ਅੰਮ੍ਰਿਤਸਰ, ਹਰਿਆਣਾ, ਯੂਪੀ, ਮੱਧ ਪ੍ਰਦੇਸ਼, ਉੱਤਰਾਖੰਡ, ਬਿਹਾਰ ਦਾ ਏਰੀਆ ਇਹ ਪਲੇਨ ਏਰੀਆ ਵਿੱਚ ਆ ਜਾਂਦਾ ਹੈ। ਬਿਲਕੁਲ ਪਲੇਨ ਏਰੀਆ ਇਸ ਨੂੰ ਕਹਿ ਸਕਦੇ ਹਾਂ। ਜਿਸ ਤਰ੍ਹਾਂ ਅਸੀਂ ਪੰਜਾਬ ਵਿੱਚ ਰਹਿੰਦੇ ਹਾਂ ਤਾਂ ਅਸੀਂ ਇਸ ਨੂੰ ਕਹਿੰਦੇ ਹਾਂ ਕਿ ਅਸੀਂ ਪਲੇਨ ਏਰੀਆ ਵਿੱਚ ਰਹਿੰਦੇ ਹਾਂ। ਮੇਰੇ ਹਿਸਾਬ ਦੇ ਨਾਲ ਹੀ ਸਾਡਾ ਜਿਹੜਾ ਪੁਆਇੰਟ ਆ ਪਲੇਨਸ ਵਾਲਾ ਕਲੀਅਰ ਹੋ ਗਿਆ ਹੋਣਾ। ਹਾਂਜੀ, ਬਿਲਕੁਲ ਅਸੀਂ ਆਲਰੇਡੀ ਕਵਰ ਕਰ ਚੁੱਕੇ ਹਾਂ ਇਸ ਪੁਆਇੰਟਸ ਨੂੰ ਕਿ ਪੰਜਾਬ ਦੇ ਜਿਹੜੇ ਪਲੇਨਸ ਨੇ ਉਹ ਕਿੰਨੀ ਕੁ ਇੰਪੋਰਟੈਂਸ ਰੱਖਦੇ ਹਨ। ਕਲਚਰਲ, ਟੂਰਿਜ਼ਮ ਅਤੇ ਹੋਰ ਜੋ ਧਾਰਮਿਕ ਸਥਾਨ ਹਨ ਜਿਸ ਵਿੱਚ ਹਰਿਦੁਆਰ, ਅੰਮ੍ਰਿਤਸਰ, ਵਾਰਾਣਸੀ, ਇਲਾਹਾਬਾਦ, ਬੋਧ ਗਿਆ, ਜੋ ਜ਼ਿਆਦਾ ਤੀਰਥ ਸਥਾਨ ਹਨ। ਜੋ ਕਲਚਰ ਹੈ, ਜੋ ਸਾਡਾ ਟਰਡੀਸ਼ਨ ਹੈ, ਉਹ ਜ਼ਿਆਦਾ ਪਲੇਨ ਏਰੀਜ਼ ਦੇ ਨਾਲ ਹੀ ਰਿਲੇਟਡ ਹੈ। ਇਸੇ ਕਰਕੇ ਇਸ ਨੂੰ ਭਾਰਤ ਦਾ ਦਿਲ ਕਿਹਾ ਜਾਂਦਾ ਹੈ। ਜੋ ਪਲੇਨ ਏਰੀਆ ਹਨ ਉਹ ਭਾਰਤ ਦੀ ਵਿੱਚ ਇੱਕ ਆਪਣੀ ਵਿਲੱਖਣਤਾ ਦੇ ਕਾਰਨ ਹਰ ਸਾਲ ਅਨੇਕਾਂ ਪ੍ਰਕਾਰ ਦੇ ਜੋ ਸੈਲਾਨੀ ਹਨ ਇਸ ਦੇਸ਼ ਦੇ ਵੀ ਅਤੇ ਇੰਟਰਨੈਸ਼ਨਲ ਲੈਵਲ ਦੇ ਵੀ, ਉਹ ਹਰ ਸਾਲ ਇਹਨਾਂ ਪਲੇਨ ਏਰੀਜ਼ ਦੇ ਵਿੱਚ ਸਭ ਤੋਂ ਵੱਧ ਆ ਕੇ ਆਪਣੀ ਹਾਜ਼ਰੀ ਲਗਾਉਂਦੇ ਹਨ ਅਤੇ ਇੱਥੇ ਦੇ ਪਲੇਨ ਏਰੀਜ਼ ਦੇ ਜੋ ਵੱਖਰੇ ਰਿਸੋਰਸਿਸ ਹਨ, ਉਤਪਾਦ ਹਨ, ਰਿਸੋਰਸਿਸ ਹਨ, ਉਹਨਾਂ ਸਭ ਦਾ ਆਨੰਦ ਮਾਣਦੇ ਹਨ। ਹਾਂਜੀ, ਇਸ ਤਰ੍ਹਾਂ ਅਸੀਂ ਗੱਲ ਕਰਾਂਗੇ ਪਲੇਟਿਊਜ਼ ਦੀ। ਪਲੇਟਿਊਜ਼ ਕੀ ਹੁੰਦੇ ਹਨ? ਇਸ ਫੋਟੋ ਵਿੱਚ ਅਸੀਂ ਵਿਖ ਰਹੇ ਹਾਂ ਇੱਕ ਏਰੀਆ ਜੋ ਸੀ ਲੈਵਲ ਤੋਂ ਅਬਵ ਹੋਵੇ। ਅਸੀਂ ਇਸ ਨੂੰ ਅੱਗੇ ਇੱਕ ਡਾਇਗਰਾਮ ਦੇ ਰੂਪ ਵਿੱਚ ਲੈ ਕੇ ਆਏ ਹਾਂ। ਉਮੀਦ ਹੈ ਕਿ ਉਸ ਦੇ ਰਾਹੀਂ ਅਸੀਂ ਤੁਹਾਨੂੰ ਜ਼ਿਆਦਾ ਬੈਟਰ ਤਰੀਕੇ ਨਾਲ ਸਮਝਾ ਪਾਵਾਂਗੇ। ਹਾਂਜੀ, ਇੱਕ ਸੀ ਲੈਵਲ ਤੋਂ ਉੱਪਰ ਇੱਕ ਪਲੇਨ ਏਰੀਆ ਆ ਜਾਂਦਾ ਹੈ ਜਿਸ ਵਿੱਚ ਅਸੀਂ ਹੁਣ ਰਹਿ ਰਹੇ ਹਾਂ। ਜਿਸ ਤਰ੍ਹਾਂ ਅਸੀਂ ਹੁਣੀ ਗੱਲ ਕਰ ਚੁੱਕੇ ਹਾਂ ਕਿ ਪੰਜਾਬ, ਹਰਿਆਣਾ, ਯੂਪੀ ਵਗੈਰਾ ਅਸੀਂ ਸਾਰੇ ਪਲੇਨ ਏਰੀਆ ਵਿੱਚ ਆਉਂਦੇ ਹਨ। ਉਸ ਤੋਂ ਅਬਵ ਮਾਊਂਟੇਨਸ ਦੇ ਵਿਚਕਾਰ ਇੱਕ ਪਲੇਨ ਏਰੀਆ ਆਉਂਦਾ ਹੈ, ਉਸ ਨੂੰ ਅਸੀਂ ਪਲੇਟਿਊਜ਼ ਕਹਿੰਦੇ ਹਾਂ, ਜੋ ਕਿ ਨਾ ਜ਼ਿਆਦਾ ਪੱਧਰ ਅਤੇ ਥੋੜ੍ਹਾ ਜਿਹਾ ਵਿਚਕਾਰ ਉੱਚਾ, ਥੋੜ੍ਹਾ ਜਿਹਾ ਨੀਵਾਂ। ਇਸ ਦੀ ਅਗਰ ਅਸੀਂ ਸਹੀ ਐਗਜ਼ਾਮਪਲ ਲਈਏ ਤਾਂ ਅਸੀਂ ਕਹਿ ਸਕਦੇ ਹਾਂ ਕਿ ਹਜ਼ੂਰ ਸਾਹਿਬ ਇੱਕ ਪਲੇਟਿਊ ਏਰੀਆ ਹੈ। ਨਾ ਤਾਂ ਉਹ ਜ਼ਿਆਦਾ ਪਲੇਨ ਹੈ ਅਤੇ ਨਾ ਹੀ ਪਹਾੜੀ ਏਰੀਆ ਵੀ ਨਹੀਂ ਹੈ। ਉਸ ਨੂੰ ਅਸੀਂ ਪਲੇਟਿਊ ਏਰੀਆ ਕਹਾਂਗੇ, ਜੋ ਕਿ ਹਲਕਾ ਜਿਹਾ ਪਲੇਨ ਏਰੀਆ ਨੂੰ ਉੱਚਾ ਹੈ ਅਤੇ ਪਹਾੜਾਂ ਦੇ ਨਾਲੋਂ ਨੀਵਾਂ ਹੈ ਅਤੇ ਪੱਧਰਾ ਹੈ। ਇਸ ਨੂੰ ਅਸੀਂ ਪਲੇਟਿਊ ਕਹਾਂਗੇ। ਉਮੀਦ ਕਰਦੇ ਹਾਂ ਕਿ ਅੱਜ ਦੀ ਦਿੱਤੀ ਗਈ ਜਾਣਕਾਰੀ ਦੇ ਨਾਲ ਸਾਰੇ ਬੱਚਿਆਂ ਨੂੰ ਚੰਗੇ ਤਰੀਕੇ ਦੇ ਨਾਲ ਸਮਝ ਆਇਆ ਹੋਣਾ ਕਿ ਕਿਹੜੇ ਪੁਆਇੰਟਸ ਅਸੀਂ ਕਵਰ ਅਪ ਕੀਤੇ ਨੇ, ਕਿ ਵੈਟਲੈਂਡਸ ਕੀ ਹੁੰਦੇ ਹਨ, ਡੈਜ਼ਰਟ ਕੀ ਹੁੰਦੇ ਹਨ, ਹਿਲ ਸਟੇਸ਼ਨਸ ਕਿਹੜੇ ਨੇ, ਪਹਾੜੀ ਸਟੇਸ਼ਨਸ ਕੀ ਨੇ, ਟੋਏ ਟ੍ਰੇਨ ਦਾ ਵੀ ਅਸੀਂ ਜ਼ਿਕਰ ਕੀਤਾ ਹੈ। ਰਾਮਸਰ ਸਾਈਟ ਕਨਵੈਨਸ਼ਨ ਜੋ ਕਿ ਈਰਾਨ ਦੇ ਵਿੱਚ ਸ਼ੁਰੂ ਕੀਤੀ ਗਈ ਸੀ 1971 ਦੇ ਵਿੱਚ, ਇਸ ਦਾ ਕੰਮ ਵੈਟਲੈਂਡਸ ਨੂੰ ਸਾਂਭਣਾ ਹੈ। ਇਸ ਬਾਰੇ ਵੀ ਅਸੀਂ ਚਰਚਾ ਕੀਤੀ। ਪਲੇਨ ਏਰੀਏ ਕਿਹੜੇ ਹੁੰਦੇ ਹਨ ਅਤੇ ਸਭ ਤੋਂ ਵੱਡਾ ਸਾਡਾ ਇਤਿਹਾਸ ਜੋ ਭਾਰਤ ਦਾ ਹੈ ਉਹ ਇਹਨਾਂ ਪਲੇਨ ਏਰੀਜ਼ ਦੇ ਵਿੱਚੋਂ ਹੀ ਝਲਕਦਾ ਹੈ। ਇਸ ਦੇ ਨਾਲ ਅਸੀਂ ਪਲੇਟਿਊ ਵੀ ਕਵਰ ਕੀਤਾ। ਇੱਕ ਹਜ਼ੂਰ ਸਾਹਿਬ ਜੋ ਤੀਰਥ ਸਥਾਨ ਹੈ ਉਸਦੀ ਅਸੀਂ ਇੱਕ ਐਗਜ਼ਾਮਪਲ ਲੈ ਕੇ ਅਸੀਂ ਪਲੇਟਿਊਜ਼ ਪੁਆਇੰਟ ਨੂੰ ਵੀ ਕਵਰ ਅਪ ਕੀਤਾ ਹੈ।
ਉਮੀਦ ਕਰਦੇ ਹਾਂ ਕਿ ਦਿੱਤੀ ਗਈ ਜਾਣਕਾਰੀ ਦੇ ਨਾਲ ਤੁਸੀਂ ਸਾਰੇ ਸੰਤੁਸ਼ਟ ਅਤੇ ਖੁਸ਼ ਰਹੋਗੇ। ਫਿਰ ਕਿਸੇ ਨਵੇਂ ਟੌਪਿਕ ਦੇ ਨਾਲ ਫਿਰ ਅਸੀਂ ਹਾਜ਼ਰੀ ਲਵਾਵਾਂਗੇ। ਤਦ ਤੱਕ ਥੈਂਕ ਯੂ। ਸਤਿ ਸ਼੍ਰੀ ਅਕਾਲ।